ਸ਼ਲੋਕ ਮਹਿਲਾ ਤੀਜਾ। ਸਭਨਾ ਕਾ ਸੋ ਏਕ ਹੈ, ਸਦ ਹੀ ਰਹਿ ਹਜ਼ੂਰ। ਨਾਨਕ ਹੁਕਮ ਨ ਮੰਨਈ, ਤਾਂ ਘਰ ਹੀ ਅੰਦਰ ਦੂਰ। ਹੁਕਮ ਵੀ ਤਿਨਾ ਮਨਾਏ ਸੀ, ਜਿਨ ਕੋ ਨਦਰ ਕਰੇ। ਹੁਕਮ ਮਨ ਸੁਖ ਪਾਇਆ, ਪ੍ਰੇਮ ਸੁਹਾਗਣ ਹੋਏ। ਮਹਿਲਾ ਤੀਜਾ। ਰੈਣ ਸਭਾਈ ਜਲ ਮੁਈ, ਕੰਤ ਨ ਲਾਇਓ ਭਾਉ। ਨਾਨਕ ਸੁਖ ਵਸਨ ਸੁਹਾਗਣੀ, ਜਿਨ ਪਿਆਰਾ ਪੁਰਖ ਹਰ ਰਾਓ। ਪੌੜੀ। ਸਭ ਜਗ ਫਿਰ ਮੈਂ ਦੇਖਿਆ, ਹਰ ਇੱਕੋ ਦਾਤਾ। ਉਪਾਏ ਕਿਤੈ ਨਾ ਪਾਈਐ, ਹਰ ਕਰਮ ਵਿਧਾਤਾ। ਗੁਰ ਸ਼ਬਦੀ ਹਰ ਮਨ ਵਸੈ, ਹਰ ਸਹਿਜੇ ਜਾਤਾ। ਅੰਦਰੋਂ ਤ੍ਰਿਸ਼ਨਾ ਅਗਨ ਬੁਝੀ, ਹਰ ਅੰਮ੍ਰਿਤ ਸਰ ਨਾਤਾ। ਵੱਡੀ ਵਡਿਆਈ ਵਡੇ ਕੀ, ਗੁਰਮੁਖ ਬੋਲਾਤਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸ਼੍ਰੀ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਨੇ ਕਿਤਨੀ ਕਿਰਪਾ ਕੀਤੀ ਹੈ ਸਾਡੇ ਕਲਯੁਗੀ ਜੀਵਾਂ ਤੇ। ਆਪਣਾ ਅਨੁਭਵ ਪਵਿੱਤਰ ਬਾਣੀ ਰਾਹੀਂ ਸਾਨੂੰ ਦਰਸਾਇਆ ਹੈ ਅਤੇ ਮਾਰਗ ਦਰਸ਼ਨ ਕੀਤਾ ਹੈ। ਕਈ ਭੁਲੇਖੇ ਗੁਰੂ ਕੀ ਬਾਣੀ ਨੂੰ ਪੜ੍ਹ ਕੇ ਵਿਚਾਰ ਕੇ ਅਮਲ ਵਿੱਚ ਲਿਆ ਕੇ ਸਹਿਜੇ ਹੀ ਦੂਰ ਹੋ ਜਾਂਦੇ। ਧੰਨ ਧੰਨ ਗੁਰੂ ਅਮਰਦਾਸ ਜੀ ਫਰਮਾਉਂਦੇ ਨੇ, ਹੇ ਭਾਈ, ਸਭਨਾ ਕਾ ਸੋ ਏਕ ਹੈ। ਅਖਰੀ ਅਰਥ ਕੋਈ ਬਹੁਤੇ ਔਖੇ ਨਹੀਂ। ਸਾਰੇ ਜੀਵਾਂ ਦਾ ਮਾਲਕ ਪਰਮਾਤਮਾ ਇੱਕ ਹੈ। ਥੋੜ੍ਹੀ ਜਿਹੀ ਵਿਚਾਰ ਜ਼ਰੂਰ ਹੈ ਕਿ ਇੱਥੇ ਸੱਸਾ ਹਾਏ ਨੂੰ ਔਂਕੜ ਸ਼ੌ ਹੈ, ਪਰ ਇਹਦੇ ਦੋ ਰੂਪ ਹੋਰ ਵੀ ਮਿਲਦੇ ਹਨ। ਸੱਸਾ ਹਾਹਾ ਸ਼ੈ ਵੀ ਮਿਲਦਾ। ਸੱਸਾ ਹਾਹੇ ਨੂੰ ਸਿਹਾਰੀ ਵੀ ਮਿਲਦੀ। ਉੱਥੇ ਅਸੀਂ ਦੋਵਾਂ ਜਗ੍ਹਾ ਤੇ ਸ਼ੈ ਬੋਲਦੇ, ਪਰ ਇਹਨੂੰ ਸ਼ੌ ਬੋਲਦੇ। ਕਈ ਵਾਰੀ ਵਿਦਵਾਨਾਂ ਨਾਲ ਵਿਚਾਰ ਹੋਈ ਹੈ, ਕੁਝ ਦੀ ਰਾਏ ਹੈ ਕਿ ਇਹਨੂੰ ਸ਼ੈ ਬੋਲਣਾ ਚਾਹੀਦਾ। ਇਹ ਜਿਹੜਾ ਹਾਹੇ ਨੂੰ ਔਂਕੜ ਹੈ, ਇਹ ਨਾਊਨ ਪੁਲਿੰਗ ਇੱਕ ਵਚਨ ਦਾ ਸੂਚਕ ਹੈ, ਪਰ ਉਹਨਾਂ ਦੋਵਾਂ ਥਾਵਾਂ ਤੇ ਸ਼ੈ ਹੈ। ਇੱਕ ਤੇ ਹੈ ਸ਼ੈ ਕੀ ਸਾਰ ਸੁਹਾਗਣ ਜਾਣੇ, ਉੱਥੇ ਔਂਕੜ ਇਸ ਲਈ ਹਟ ਗਿਆ ਕਿ ਨਾਲ ਕੀ ਸੰਬੰਧ ਕੀ ਆ ਗਿਆ, ਪ੍ਰਪੋਜੀਸ਼ਨ ਆ ਗਈ। ਤੇ ਜਿੱਥੇ ਸਹਿ ਦੇ ਹਾਏ ਨੂੰ ਸਿਹਾਰੀ ਆਉਂਦੀ ਹੈ, ਤੈਂ ਸ਼ੈ ਮਨ ਮੈਂ ਕੀਆ ਰੋਸ। ਹੇ ਵਾਹਿਗੁਰੂ, ਤੂੰ ਆਪਣੇ ਮਨ ਵਿੱਚ ਗੁੱਸਾ ਕੀਤਾ ਹੈ, ਪਰ ਮੈਨੂੰ ਸਮਝ ਆ ਗਈ ਕਿ ਮੁਝ ਅਵਗੁਣ ਸ਼ੈ ਨਾ ਹੀ ਦੋਸ਼। ਮੇਰੇ ਵਿੱਚ ਕਮੀ ਹੈ, ਤੁਹਾਡੇ ਵਿੱਚ ਕੋਈ ਕਮੀ ਨਹੀਂ। ਕਹਿਣ ਤੋਂ ਭਾਵ ਹੈ ਕਿ ਇਹ ਉਚਾਰਨ ਪ੍ਰਚਲਿਤ ਹੈ। ਬਹੁ ਗਿਣਤੀ ਸ਼ੌ ਬੋਲਦੇ ਨੇ। ਅਸੀਂ ਇਸ ਤੇ ਕੋਈ ਵਤੰਡਾਵਾਦ ਨਹੀਂ ਕਰਦੇ, ਪਰ ਜਦੋਂ ਸੱਸਾ ਹਾਹਾ ਮੁਕਤਾ ਆਉਂਦਾ ਹੈ, ਉਹਨੂੰ ਸ਼ੈ ਬੋਲਦੇ ਨੇ। ਜਿੱਥੇ ਸੱਸਾ ਹਾਏ ਨੂੰ ਸਿਹਾਰੀ ਆਉਂਦੀ, ਉੱਥੇ ਵੀ ਸ਼ੈ ਬੋਲਦੇ। ਤੋ ਸਿਰਫ ਇਸ ਵਿਚਾਰ ਨੂੰ ਦਰਸਾਉਣਾ ਇਸ ਲਈ ਜ਼ਰੂਰੀ ਹੈ ਕਿ ਇਹ ਅੱਖਰ ਪਰਮਾਤਮਾ ਪਤੀ ਦੇ ਅਰਥਾਂ ਵਿੱਚ ਤਿੰਨੇ ਰੂਪਾਂ ਵਿੱਚ ਆਉਂਦਾ। ਇੱਥੇ ਗੁਰੂ ਅਮਰਦਾਸ ਜੀ ਦਾ ਫਰਮਾਨ ਹੈ,
ਸਭਨਾ ਕਾ ਸ਼ਉ ਏਕ ਹੈ। ਭਾਈ ਸਾਰਿਆਂ ਦਾ ਮਾਲਕ ਖਸਮ ਪਰਮਾਤਮਾ ਇੱਕ। ਪਹਿਲੀ ਗੱਲ ਤਾਂ ਇਸ ਨੂੰ ਸਮਝ ਕੇ ਆਪਣੇ ਮਨ ਨੂੰ ਟਿਕਾਉਣਾ ਹੈ। ਜੇ ਇੱਕ ਹੈ ਤੇ ਅਸੀਂ ਵੱਖ-ਵੱਖ ਥਾਵਾਂ ਤੇ ਕਿਉਂ ਭਟਕਦੇ ਹਾਂ? ਅਸੀਂ ਮੰਗਤਿਆਂ ਦੇ ਮੰਗਤੇ ਬਣਦੇ ਹਾਂ। ਕਿਉਂ ਨਾ ਇੱਕੋ ਅਕਾਲ ਪੁਰਖ ਕੋਲੋਂ ਮੰਗਿਆ ਜਾਏ। ਇਸੇ ਲਈ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਨੇ ਏਕੋ ਹੈ ਭਾਈ ਏਕੋ ਹੈ ਦਾ ਸੰਦੇਸ਼ ਦਿੱਤਾ। ਤੋ ਸਭਨਾ ਕਾ ਸ਼ਉ ਏਕ ਹੈ, ਸਦ ਹੀ ਰਹਿ ਹਜ਼ੂਰ। ਫਿਰ ਉਹ ਹਾਜ਼ਰ ਨਾਜ਼ਰ ਹੈ, ਕਿਧਰੇ ਦੂਰ ਨਹੀਂ ਹੈ। ਪਰ ਮੁਸ਼ਕਿਲ ਇਹ ਹੈ ਕਿ ਅਸੀਂ ਪੜ੍ਹੀ ਜਾਂਦੇ ਕਿ ਹਾਜ਼ਰ ਹਜ਼ੂਰ ਹੈ, कि ज़ाहिर ज़हूर हैं, हमें सुल सलाम है, समस्तुल कलाम है, कि साहिब दिमाग हैं, कि हुस्नुल चराग हैं, सबना का शौ एक है, सद ही रह हजूर। ये निर्णय ਹਨ, ਇਹ ਐਸੇ ਫੈਸਲੇ ਹਨ ਜਿਹੜੇ ਸਾਨੂੰ ਅਨੇਕਾਂ ਭਰਮਾਂ ਵਿੱਚੋਂ ਕੱਢਦੇ ਹਨ। ਸਾਰੀ ਗੁਰਬਾਣੀ ਅਤੇ ਹਰ ਗੁਰੂ ਸਾਹਿਬਾਨ ਤੇ ਸਭ ਭਗਤ ਜਨਾਂ ਨੇ ਇਸ ਗੱਲ ਤੇ ਜ਼ੋਰ ਦਿੱਤਾ। ਕਾਸ਼ ਅਸੀਂ ਇਸ ਗੱਲ ਤੇ ਮਨ ਨੂੰ ਟਿਕਾ ਲਈਏ ਤੇ ਮਨ ਦੀ ਭਟਕਣਾ ਮੁੱਕ ਜਾਏ। ਸਭਨਾ ਕਾ ਸ਼ਉ ਏਕ ਹੈ, ਸਦ ਹੀ ਰਹਿ ਹਜ਼ੂਰ। ਨਾਨਕ ਹੁਕਮ ਨਾ ਮੰਨਈ, ਤਾਂ ਘਰ ਹੀ ਅੰਦਰ ਦੂਰ। ਨਾਨਕ ਜੀ ਫਰਮਾਉਂਦੇ ਹਨ, ਜੇ ਕੋਈ ਜੀਵ ਇਸਤਰੀ ਉਹਦਾ ਹੁਕਮ ਨਹੀਂ ਮੰਨਦੀ, ਉਹਦੀ ਆਗਿਆ ਵਿੱਚ ਨਹੀਂ ਚੱਲਦੀ, ਉਹਦੀ ਰਜ਼ਾ ਵਿੱਚ ਰਾਜ਼ੀ ਨਹੀਂ ਰਹਿੰਦੀ, ਤਾਂ ਘਰ ਹੀ ਅੰਦਰ ਦੂਰ। ਘਰ ਅੰਦਰ ਉਹ ਪਰਮੇਸ਼ਵਰ ਹੁੰਦਾ ਵੀ ਦੂਰ ਹੈ। ਦੁਨਿਆਵੀ ਤੌਰ 'ਤੇ ਵੀ ਤੁਸੀਂ ਦੇਖ ਲਓ, ਪਤੀ ਪਤਨੀ ਕਿਤਨੇ ਇੱਕ ਦੂਜੇ ਦੇ ਨੇੜੇ ਹਨ, ਇੱਕ ਘਰ ਵਿੱਚ ਰਹਿੰਦੇ ਹਨ। ਪਰ ਘਰ ਵਿੱਚ ਰਹਿੰਦਿਆਂ ਜੇ ਉਹਨਾਂ ਦੀ ਇੱਕ ਦੂਜੇ ਨਾਲ ਬਣ ਨਹੀਂ ਆਈ, ਤਥਾ ਪਤਨੀ ਪਤੀ ਦਾ ਹੁਕਮ ਨਹੀਂ ਮੰਨਦੀ, ਤੇ ਘਰ ਵਿੱਚ ਹੁੰਦਿਆਂ ਵੀ ਉਹਦੇ ਲਈ ਪਰਮਾਤਮਾ ਪਤੀ ਦੂਰ ਹੈ। ਗੁਰੂ ਅਰਜਨ ਦੇਵ ਪਾਤਸ਼ਾਹ ਨੇ ਇਸ ਗੱਲ ਨੂੰ ਬਹੁਤ ਅੱਛੀ ਤਰ੍ਹਾਂ ਖੋਲ੍ਹਿਆ। ਆਖਿਆ, ਧਨ ਪਿਰ ਏਕੈ ਸੰਗ ਬਸੇਰਾ, ਸੇਜ ਏਕ ਪੈ ਮਿਲਣ ਦੁਹੇਰਾ। ਧਨ ਇਸਤਰੀ ਪਿਰ ਪਤੀ ਦਾ ਇੱਕੋ ਥਾਂ ਹਿਰਦੇ ਵਿੱਚ ਬਸੇਰਾ ਹੈ, ਪਰ ਇੱਕ ਸੇਜ ਤੇ ਹੁੰਦਿਆਂ ਵੀ ਮਿਲਣਾ ਮੁਸ਼ਕਿਲ ਹੈ। ਏਕਾ ਸੇਜ ਵਿਛੀ ਧਨ ਕੰਤਾ, ਧਨ ਸੂਤੀ ਪਿਰ ਸਤ ਜਾਗੰਤਾ। ਪੀਓ ਮਦਰੋ ਧਨ ਮਤਵੰਤਾ, ਧਨ ਜਾਗੈ ਜੇ ਪਿਰ ਭੋਲੰਤਾ। ਆਖਿਆ ਇੱਕੋ ਹਿਰਦੇ ਰੂਪੀ ਸੇਜ ਵਿੱਚ ਪਰਮਾਤਮਾ ਪਤੀ ਅਤੇ ਜੀਵ ਇਸਤਰੀ ਇਕੱਠੇ ਹੀ ਰਹਿੰਦੇ। ਪਰ ਜੀਵ ਰੂਪ ਇਸਤਰੀ ਅਗਿਆਨਤਾ ਦੀ ਨੀਂਦਰ ਵਿੱਚ, ਹਉਮੈ ਦੀ ਨੀਂਦਰ ਵਿੱਚ ਸੁੱਤੀ ਪਈ। ਜਾਗਦੇ ਦਾ ਜਾਗਦੇ ਨਾਲ ਮੇਲ ਹੋ ਸਕਦਾ, ਸੁੱਤੇ ਦਾ ਮੇਲ ਨਹੀਂ ਹੋ ਸਕਦਾ। ਤੋ ਗੁਰੂ ਅਮਰਦਾਸ ਜੀ ਨੇ ਇਹਨੂੰ ਆਪਣੇ ਢੰਗ ਨਾਲ ਖੋਲ੍ਹਿਆ ਤੇ ਸਮਝਾਇਆ। ਸਭਨਾ ਕਾ ਸ਼ਉ ਏਕ ਹੈ, ਸਦ ਹੀ ਰਹਿ ਹਜ਼ੂਰ। ਮਤ ਜਾਣੋ ਕਿ ਪਰਮਾਤਮਾ ਦੂਰ ਹੈ। ਫਿਰ ਪਾਤਸ਼ਾਹ ਖੋਲਦੇ ਨੇ, ਹੁਕਮ ਵੀ ਤਿਨਾ ਮਨਾਏ ਸੀ, ਜਿਨ ਕੋ ਨਦਰ ਕਰੇ। ਆਖਿਆ ਜਿਨ੍ਹਾਂ ਜੀਵ ਰੂਪ ਇਸਤਰੀਆਂ ਤੇ ਪਰਮਾਤਮਾ ਪਤੀ ਆਪਣੀ ਮਿਹਰ ਦੀ ਨਜ਼ਰ ਕਰਦਾ, ਉਹਨਾਂ ਤੋਂ ਹੁਕਮ ਮਨਾਉਂਦਾ ਹੈ। ਭਾਵ ਉਹਨਾਂ ਨੂੰ ਆਪਣੀ ਰਜ਼ਾ ਵਿੱਚ ਭਾਣੇ ਵਿੱਚ ਰਾਜੀ ਰੱਖਦਾ, ਜਿਨ੍ਹਾਂ ਉੱਤੇ ਉਸ ਦੀ ਮਿਹਰ ਦੀ ਦ੍ਰਿਸ਼ਟੀ ਹੋ ਜਾਏ। ਹੁਕਮ ਵੀ ਤਿਨਾ ਮਨਾਏ ਸੀ, ਜਿਨ ਕੋ ਨਦਰ ਕਰੇ।
ਹੁਕਮ ਮਨ ਸੁਖ ਪਾਇਆ, ਪ੍ਰੇਮ ਸੁਹਾਗਣ ਹੋਏ। ਆਖਿਆ ਜਿਨ੍ਹਾਂ ਨੇ ਹੁਕਮ ਮਨ, ਹੁਣ ਦੇਖੋ ਮਨ, ਮੰਮਾ ਨੰਨੇ ਨੂੰ ਔਂਕੜ ਮਨ, ਮੰਮਾ ਨੰਨੇ ਨੂੰ ਸਿਹਾਰੀ ਮਨ, ਮੰਮਾ ਨੰਨਾ ਮੁਕਤਾ ਮਨ, ਮੰਮੇ ਨੂੰ ਮੰਗ ਟਿੱਪੀ ਨੰਨੇ ਨੂੰ ਸਿਹਾਰੀ ਮਨ। ਉਚਾਰਨ ਅਸੀਂ ਸਭ ਦਾ ਮਨ ਹੀ ਕਰਦੇ, ਪਰ ਜਿਹੜਾ ਮਨ ਨੰਨੇ ਨੂੰ ਔਂਕੜ ਵਾਲਾ ਉਹ ਨਾਉਨ ਪੁਲਿੰਗ ਇੱਕ ਵਚਨ, ਜਿਹੜਾ ਮਨ ਨੰਨਾ ਮੁਕਤਾ ਹੈ ਉਹ ਸੰਬੋਧਨ ਹੈ, ਜਿਹੜਾ ਮਨ ਦੇ ਨੰਨੇ ਨੂੰ ਸਿਹਾਰੀ ਹੈ ਉਹ ਮਨ ਵਿੱਚ, ਮਨ ਦੁਆਰਾ ਦੀ ਗੱਲ ਹੈ। ਤੇ ਜਿਸ ਮਨ ਦੇ ਮੰਮੇ ਉੱਤੇ ਟਿੱਪੀ ਲੱਗ ਜਾਏ ਉਹ ਮੰਨਣ ਦੀ ਗੱਲ ਹੈ। ਇਹ ਨੁਕਤਾ ਵੀ ਸਾਨੂੰ ਨਾਲ ਨਾਲ ਸਮਝਣਾ ਚਾਹੀਦਾ, ਔਰ ਜਦੋਂ ਸਮਝ ਆ ਜਾਏ ਤੇ ਫਿਰ ਗੁਰਬਾਣੀ ਦਾ ਪਾਠ ਕਰਕੇ ਗੁਰਬਾਣੀ ਦੇ ਅਰਥ ਸਮਝਣ ਵਾਸਤੇ ਸਾਡਾ ਰਸਤਾ ਖੁੱਲ੍ਹ ਜਾਂਦਾ ਵੀ ਇੱਥੇ ਕਿਹੜਾ ਮਨ ਹੈ। ਹੁਕਮ ਵੀ ਤਿਨਾ ਮਨਾਏ ਸੀ, ਜਿਨ ਕੋ ਨਜ਼ਰ ਕਰੇ। ਜਿਨ੍ਹਾਂ ਉੱਤੇ ਉਹ ਆਪਣੀ ਮਿਹਰ ਕਰ ਦਿੰਦਾ, ਉਹਨਾਂ ਨੂੰ ਆਪਣਾ ਹੁਕਮ ਮਨਾਉਂਦਾ ਹੈ, ਆਪਣੀ ਰਜ਼ਾ ਵਿੱਚ ਰਾਜ਼ੀ ਕਰਦਾ। ਦੇਖੋ ਦੁਨੀਆ ਵਿੱਚ ਬੇਅੰਤ ਰਚਨਾ ਹੈ, ਕਈ ਜੀਵ ਹਨ, ਸਭ ਨੂੰ ਭੇਜਣ ਵਾਲਾ ਪਰਮਾਤਮਾ ਹੈ, ਪਰ ਕੁਝ ਤੇ ਮਿਹਰ ਹੋ ਜਾਂਦੀ, ਉਹ ਉਹਦੀ ਰਜ਼ਾ ਵਿੱਚ ਰਾਜ਼ੀ ਰਹਿੰਦੇ। ਕੁਝ ਐਸੇ ਨੇ ਜਿਹੜੇ ਉਸ ਦੀ ਰਜ਼ਾ ਤੋਂ ਮੁਨਕਰ ਹਨ। ਪਰ ਗੁਰੂ ਅਮਰਦਾਸ ਜੀ ਫਰਮਾਉਂਦੇ ਨੇ, ਭਾਈ ਮੈਨੂੰ ਤੇ ਗੁਰੂ ਕਿਰਪਾ ਨਾਲੇ ਸਮਝ ਆ ਗਈ, ਸਭਨਾ ਕਾ ਸੋ ਏਕ ਹੈ, ਸਦ ਹੀ ਰਹਿ ਹਜ਼ੂਰ। ਨਾਨਕ ਹੁਕਮ ਨਾ ਮੰਨਈ, ਤਾਂ ਕਰ ਹੀ ਅੰਦਰ ਦੂਰ। ਹੁਕਮ ਵੀ ਤਿਨਾ ਮਨਾਏ ਸੀ, ਜਿਨ ਕੋ ਨਜ਼ਰ ਕਰੇ। ਹੁਕਮ ਮਨ ਸੁਖ ਪਾਇਆ, ਪ੍ਰੇਮ ਸੁਹਾਗਣ ਹੋਏ। ਜਿਸ ਜੀਵ ਇਸਤਰੀ ਨੇ ਆਪਣੇ ਪਤੀ ਪਰਮੇਸ਼ਰ ਦਾ ਹੁਕਮ ਮੰਨ ਲਿਆ, ਉਸ ਨੂੰ ਸੁਖ ਦੀ ਪ੍ਰਾਪਤੀ ਹੋਈ, ਉਹਦੇ ਉੱਤੇ ਪਰਮਾਤਮਾ ਦੀ ਕਿਰਪਾ ਦ੍ਰਿਸ਼ਟੀ ਹੋ ਗਈ, ਔਰ ਉਹ ਪਰਮਾਤਮਾ ਪਤੀ ਦੇ ਪ੍ਰੇਮ ਵਿੱਚ ਸੁਹਾਗਣ ਬਣ ਗਏ। ਕਿਉਂਕਿ ਸਾਰੀ ਗੁਰਬਾਣੀ ਦੇ ਅੰਦਰ ਸਮਝਾਉਣ ਵਾਸਤੇ ਸੁਹਾਗਣ ਤੇ ਦੁਹਾਗਣ ਦੋ ਅੱਖਰ ਕਈ ਵਾਰ ਵਰਤੇ ਨੇ। ਸੁਹਾਗਣ ਕੌਣ ਹੈ? ਜਿਹਦੀ ਆਪਣੇ ਪਤੀ ਨਾਲ ਬਣਾਈ। ਦੁਹਾਗਣ ਕੌਣ ਹੈ? ਜਿਹੜੀ ਪਤੀ ਤੋਂ ਛੁੱਟੜ ਹੈ, ਪਤੀ ਤੋਂ ਵਿਛੜੀ ਹੋਈ। ਤੋ ਪੰਕਤੀਆਂ ਤੇ ਭਾਵੇਂ 4 ਹਨ, ਪਰ ਇਹਨਾਂ ਨੂੰ ਜਦੋਂ ਅਸੀਂ ਪ੍ਰੇਮ ਸਹਿਤ ਪੜ੍ਹਾਂਗੇ, ਵਿਚਾਰਾਂਗੇ, ਸਾਡੇ ਕਈਆਂ ਸਵਾਲਾਂ ਦੇ ਜਵਾਬ ਮਿਲ ਜਾਣ। ਹੁਕਮ ਮਨ ਸੁਖ ਪਾਇਆ, ਪ੍ਰੇਮ ਸੁਹਾਗਣ ਹੋਏ। ਮਹਿਲਾ 3। ਰੈਣ ਸਬਾਈ ਜਲ ਮੁਈ, ਕੰਤ ਨ ਲਾਇਓ ਭਾਉ। ਨਾਨਕ ਸੁਖ ਵਸਨ ਸੁਹਾਗਣੀ, ਜਿਨ ਪਿਆਰਾ ਪੁਰਖ ਹਰ ਰਾਉ। ਦੇਖੋ 2 ਪੰਕਤੀਆਂ ਦੇ ਸਲੋਕ, ਪਰ ਕਿਤਨੇ ਪ੍ਰਭਾਵਸ਼ਾਲੀ ਤਰੀਕੇ ਨਾਲ ਸਮਝਾਇਆ। ਆਖਿਆ ਜਿਨ੍ਹਾਂ ਨੇ ਪਰਮਾਤਮਾ ਪਤੀ ਨਾਲ ਪ੍ਰੇਮ ਨਹੀਂ ਕੀਤਾ, ਉਹਨਾਂ ਦੀ ਸਾਰੀ ਜ਼ਿੰਦਗੀ ਰੂਪੀ ਰਾਤ ਵਿਛੋੜੇ ਦੀ ਅੱਗ ਵਿੱਚ ਸੜ ਜਾਂਦੀ। ਰੈਣ ਸਬਾਈ ਜਲ ਮੁਈ, ਉਹਨਾਂ ਦੀ ਜਲਨ, ਵਿਛੋੜੇ ਦੀ ਅੱਗ, ਤ੍ਰਿਸ਼ਨਾ ਦੀ ਅੱਗ ਕਦੇ ਮੁੱਕਦੀ ਨਹੀਂ ਹੈ। ਕਹਿਣ ਦਾ ਭਾਵ ਜਿਨ੍ਹਾਂ ਨੇ ਪਰਮਾਤਮਾ ਵਾਲਾ ਪਾਸਾ ਛੱਡ ਕੇ ਉਹਦੀਆਂ ਦਿੱਤੀਆਂ ਹੋਈਆਂ ਦਾਤਾਂ ਨਾਲ ਪਿਆਰ ਪਾ ਲਿਆ। ਮਹਾਰਾਜ ਕਹਿੰਦੇ ਨੇ ਸਾਡੇ ਵਿਛੋੜੇ ਦਾ ਕਾਰਨ ਹੀ ਹੈ, ਦੁੱਖਾਂ ਦਾ ਕਾਰਨ ਹੀ ਹੈ ਕਿ ਦਾਤ ਪਿਆਰੀ ਵਿਸਰਿਆ ਦਾਤਾਰਾ। ਜਾਣੈ ਨਾਹੀ ਮਰਨ ਵਿਚਾਰਾ, ਵਸਤ ਪਰਾਈ ਕੋ ਉਠ ਰੋਵੈ।
ਕਰਮ ਧਰਮ ਸਗਲਾਈ ਖੋਵੇ। ਹੁੰਦਾ ਕੀ ਹੈ ਕਿ ਅਸੀਂ ਉਹਦੀਆਂ ਦਾਤਾਂ ਨਾਲ ਤੇ ਪਿਆਰ ਕਰਦੇ, ਪਰ ਦੇਣ ਵਾਲੇ ਨੂੰ ਭੁੱਲ ਜਾਂਦੇ ਤੇ ਪਦਾਰਥਾਂ ਦੇ ਪਿੱਛੇ ਲੱਗ ਕੇ ਫਿਰ ਸਾਡੀ ਤ੍ਰਿਪਤੀ ਨਹੀਂ ਹੁੰਦੀ। ਤ੍ਰਿਸ਼ਨਾ ਬਿਰਲੇ ਹੀ ਕੀ ਬੁਝੀ ਹੈ, ਕੋਟ ਜੋਰੇ ਲਾਗ ਕਰੋਰੇ, ਮਨ ਨਾ ਹੋਰੇ ਪਰੇ ਪਰੇ ਹੀ ਕੋ ਲੁਝੀਏ। ਆਖਿਆ ਤ੍ਰਿਸ਼ਨਾ ਨਹੀਂ ਬੁਝਦੀ, ਔਰ ਤ੍ਰਿਸ਼ਨਾ ਦੀ ਅੱਗ ਵਿੱਚ, ਵਿਛੋੜੇ ਦੀ ਅੱਗ ਵਿੱਚ ਉਹ ਜੀਵ ਇਸਤਰੀ ਸੜ ਮਰਦੀ। ਰੈਣ ਸਬਾਈ ਜਲਮੁਈ, ਰਹਿਣ ਦਾ ਮਤਲਬ ਹੈ ਰਾਤ, ਜ਼ਿੰਦਗੀ ਰੂਪੀ ਰਾਤ। ਸਬਾਈ ਮੈਨੂੰ ਸਾਰੀ, ਜਲਮੁਈ ਉਹ ਸੜ ਕੇ ਮਰ ਜਾਂਦੀ। ਕਿਉਂ? ਕੰਤ ਨਾ ਲਾਇਓ ਭਾਓ, ਆਪਣੇ ਪਤੀ ਨਾਲ ਪਿਆਰ ਨਹੀਂ ਲਾਇਆ। ਭਾਵ ਵਾਹਿਗੁਰੂ ਪਰਮੇਸ਼ਵਰ ਦਾ ਹੁਕਮ ਨਹੀਂ ਮੰਨਿਆ। ਤੇ ਜਿਨ੍ਹਾਂ ਨੇ ਆਪਣੇ ਪਤੀ ਨਾਲ ਹੁਕਮ ਮੰਨੇ, ਪਿਆਰ ਪਾਇਆ, ਉਹਨਾਂ ਨੂੰ ਤਾਂ ਦੁੱਖਾਂ ਵਿੱਚ ਵੀ ਸੁੱਖ ਨਜ਼ਰ ਆਉਂਦੇ। ਉਹ ਤੇ ਕਹਿੰਦੇ ਨੇ ਦੁੱਖ ਨਾ ਹੀ ਸਭ ਸੁੱਖ ਹੀ ਹੈ। ਹੇ ਮਾਲਕ, ਜਿਵੇਂ ਤੂੰ ਰੱਖੇ ਉਵੇਂ ਹੀ ਠੀਕ ਹੈ। ਰੈਣ ਸਬਾਈ ਜਲਮੁਈ, ਕੰਤ ਨ ਲਾਇਓ ਭਾਓ, ਨਾਨਕ ਸੁਖ ਵਸਨ ਸੁਹਾਗਣੀ, ਜਿਨ ਪਿਆਰਾ ਪੁਰਖ ਹਰ ਰਾਓ। ਨਾਨਕ ਜੀ ਫਰਮਾਉਂਦੇ ਹਨ, ਸੁਖ ਵਸਨ ਸੁਹਾਗਣ। ਹੁਣ ਦੇਖੋ, ਸੁਖ ਦੇ ਖੱਖੇ ਨੂੰ ਸਿਆਰੀ ਹੈ, ਵਸਨ ਦੇ ਨੰਨੇ ਨੂੰ ਸਿਆਰੀ ਹੈ। ਉਹ ਸੁਖ ਵਿੱਚ ਵਸਦੀਆਂ ਹਨ ਤਥਾ ਉਹ ਸੁਹਾਗਣਾ ਹਨ। ਹੁਣ ਇਹ ਵੀ ਵਿਚਾਰ ਕਰ ਲਈਏ ਕਿ ਇੱਥੇ ਸੁਹਾਗਣੀ ਦੇ ਸੱਸੇ ਨੂੰ ਦੋ ਮਾਤਰਾ ਨੇ। ਤਾਂ ਕਈ ਵਾਰੀ ਪਾਠ ਕਰਨ ਵਾਲੇ ਪ੍ਰੇਮੀ ਉਲਝ ਜਾਂਦੇ ਨੇ, ਕਿਉਂਕਿ ਦੋਵੇਂ ਮਾਤਰਾ ਇੱਕੋ ਸਮੇਂ ਕੋਈ ਬੋਲ ਨਹੀਂ ਸਕਦਾ। ਫਿਰ ਸਵਾਲ ਹੈ ਕਿ ਕੀ ਇਹ ਦੋ ਮਾਤਰਾ ਕਿਉਂ ਲਾਈਆਂ ਨੇ? ਇਸ ਲਈ ਲਾਈਆਂ ਨੇ ਕਿ ਅਸਲ ਸ਼ਬਦ ਸੁਹਾਗਣ ਹੈ, ਪਰ ਇੱਥੇ ਮਾਤਰਾ ਨੂੰ ਘਟਾ ਕੇ ਸੁਹਾਗਣੀ ਬੋਲਣਾ, ਹੋੜਾ ਨਹੀਂ ਲਾਉਣਾ। ਨਾਨਕ ਸੁਖ ਵਸਨ ਸੁਹਾਗਣੀ, ਜਿਨ ਪਿਆਰਾ ਪੁਰਖ ਹਰ ਰਾਓ। ਨਾਨਕ ਜੀ ਫਰਮਾਉਂਦੇ ਨੇ, ਉਹ ਜੀਵ ਇਸਤਰੀਆਂ ਸੁਖ ਵਿੱਚ ਵਸਦੀਆਂ ਹਨ, ਉਹ ਸੁਹਾਗਣਾ ਹਨ ਜਿਨ੍ਹਾਂ ਨੂੰ ਪਿਆਰਾ ਪੁਰਖ ਹਰ ਰਾਓ। ਉਹ ਹਰੀ ਰਾਜਾ ਜਿਸ ਦਾ ਹੁਕਮ ਸਾਰੇ ਸੰਸਾਰ 'ਤੇ ਚੱਲਦਾ, ਜਿਨ੍ਹਾਂ ਨੇ ਉਸ ਨਾਲ ਪਿਆਰ ਪਾਇਆ, ਜੋ ਪੁਰਖ ਸਭ ਜਗ੍ਹਾ ਵਿਆਪਕ ਹੈ। ਰੈਣ ਸਬਾਈ ਜਲਮੁਈ, ਕੰਤ ਨ ਲਾਇਓ ਭਾਓ, ਨਾਨਕ ਸੁਖ ਵਸਨ ਸੁਹਾਗਣੀ, ਜਿਨ ਪਿਆਰਾ ਪੁਰਖ ਹਰ ਰਾਓ। ਲਓ ਹੁਣ ਪੌੜੀ ਵਿੱਚ ਨਿਚੋੜ ਕੱਢ ਦਿੰਦੇ। ਪੌੜੀ। ਸਭ ਜਗ ਫਿਰ ਮੈਂ ਦੇਖਿਆ, ਹਰ ਇੱਕੋ ਦਾਤਾ। ਆਖਿਆ ਮੈਂ ਸਾਰੇ ਜਗਤ ਨੂੰ ਦੇਖਿਆ, ਚੈੱਕ ਕੀਤਾ, ਲੱਭਣ ਦਾ ਯਤਨ ਕੀਤਾ। ਮੈਨੂੰ ਸਮਝ ਆਈ ਗੁਰੂ ਕਿਰਪਾ ਨਾਲ, ਹਰ ਇੱਕੋ ਦਾਤਾ, ਇੱਕੋ ਇੱਕ ਦਾਤਾ ਦੇਣ ਵਾਲਾ ਪਰਮਾਤਮਾ, ਉਹਦੇ ਬਿਨਾਂ ਹੋਰ ਕੋਈ ਹੈ। ਇਸੇ ਲਈ ਸਾਰੀ ਬਾਣੀ ਵਿੱਚ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਦਾਤਾ ਉਹ ਨਾ ਮੰਗੀਏ ਫਿਰ ਮੰਗਣ ਜਾਈਏ, ਉਸ ਦਾਤੇ ਦਾ ਦਰ ਨਾ ਛੱਡੀ। ਕਿਉਂਕਿ ਇੱਕੋ ਇੱਕ ਦਾਤਾ। ਸਾਰੀ ਗੁਰਬਾਣੀ ਸਾਨੂੰ ਇਹ ਦ੍ਰਿੜ ਕਰਵਾ ਰਹੀ, ਦੱਦਾ ਦਾਤਾ ਏਕ ਹੈ, ਸਭ ਕੋ ਦੇਵਣ ਹਾਰ। ਦੇਂਦੇ ਟੋਟ ਨ ਆਵਈ, ਅਗੰਤ ਪਰੇ ਭੰਡਾਰ। ਸਭ ਜਗ ਫਿਰ ਮੈਂ ਦੇਖਿਆ, ਹਰਿ ਇੱਕੋ ਦਾਤਾ। ਉਪਾਏ ਕਿਤੈ ਨਾ ਪਾਈਐ, ਹਰ ਕਰਮ ਵਿਧਾਤਾ। ਉਹ ਹਰੀ ਜੋ ਕਰਮ ਵਿਧਾਤਾ, ਜੋ ਕਰਮਾਂ ਦਾ ਫਲ ਪ੍ਰਦਾਤਾ। ਜਿਹੋ ਜਿਹੇ ਅਸੀਂ ਕਰਮ ਕਰਦੇ ਹਾਂ ਉਹੋ ਜਿਹਾ ਫਲ ਦਿੰਦਾ। ਉਸ ਹਰੀ ਨੂੰ ਦੁਨਿਆਵੀ ਯਤਨਾਂ ਨਾਲ ਨਹੀਂ ਪ੍ਰਾਪਤ ਕੀਤਾ ਜਾ ਸਕਦਾ, ਨਾ ਹਠ ਯੋਗ ਨਾਲ ਪ੍ਰਾਪਤ ਕੀਤਾ ਜਾ ਸਕਦਾ।
रोज असी बाणी पढ़ते, काहू लै पाहन पूज धरियो सिर, काहू लै लिंग गरे लटकायो, काहू लख्यो हरे अवाची दिशा में, काहू पछाह को शीस निवायो, को भूतान को पूजत हैं पस, को मृतान को पूजन धायो, कूर क्रिया उर्जो सभी ही जग, श्री भगवान को भेद न पायो, उपाय कितै न पाइए, हर कर्म विधाता। ਹੁਣ ਸਵਾਲ ਪੈਦਾ ਹੁੰਦਾ ਹੈ ਵੀ ਇੱਕੋ ਇੱਕ ਤੇ ਦੁਨਿਆਵੀ ਯਤਨਾਂ ਨਾਲ ਮਿਲਦਾ ਵੀ ਨਹੀਂ, ਕਿਵੇਂ ਮਿਲਦਾ? ਗੁਰ ਸ਼ਬਦੀ ਹਰ ਮਨ ਵਸੈ, ਹਰ ਸਹਿਜੇ ਜਾਤਾ। ਆਖਿਆ ਗੁਰੂ ਦੇ ਸ਼ਬਦ ਦੀ ਵਿਚਾਰ ਕਰਨ ਨਾਲ, ਗੁਰੂ ਦੇ ਦੱਸੇ ਰਾਹ 'ਤੇ ਚੱਲਣ ਨਾਲ, ਉਸ ਪਰਮਾਤਮਾ ਨੂੰ ਇੱਕ ਜਾਣਨ ਨਾਲ ਉਹ ਮਨ ਵਿੱਚ ਵਸ ਜਾਂਦਾ ਔਰ ਹਰ ਸਹਿਜੇ ਜਾਤਾ। ਸਹਿਜੇ ਦਾ ਮਤਲਬ ਸਹਿਜ ਸੁਭਾਏ, ਉਹਦੇ ਲਈ ਕੋਈ ਇਸ ਤਰ੍ਹਾਂ ਦਾ ਕਰਮ ਕਾਂਡ ਕਰਨ ਦੀ ਲੋੜ ਨਹੀਂ। ਸਹਿਜ ਸੁਭਾਏ ਉਸ ਨੂੰ ਜਾਣ ਲਈਦਾ ਕਿ ਉਹ ਪਰਮਾਤਮਾ ਇੱਕ ਹੈ, ਸਦਾ ਸੱਚ ਹੈ ਅਤੇ ਹਰ ਜਗ੍ਹਾ ਮੌਜੂਦ ਹੈ। ਅੰਦਰੋਂ ਤ੍ਰਿਸ਼ਨਾ ਅਗਨ ਬੁਝੀ, ਹਰ ਅੰਮ੍ਰਿਤ ਸਰ ਨਾਤਾ। ਆਖਿਆ ਜਿਨ੍ਹਾਂ ਨੇ ਗੁਰੂ ਦੀ ਸੰਗਤ ਰੂਪੀ ਸਰੋਵਰ ਅੰਮ੍ਰਿਤਸਰ ਵਿੱਚ ਇਸ਼ਨਾਨ ਕੀਤਾ, ਜਿਨ੍ਹਾਂ ਨੇ ਮਨ ਬਚਨ ਕਰਮ ਕਰਕੇ ਬਾਣੀ ਨੂੰ ਸੁਣਿਆ, ਪੜ੍ਹਿਆ ਤੇ ਮੰਨਿਆ, ਰੋਜ਼ ਜਪਜੀ ਸਾਹਿਬ 'ਚ ਪੜ੍ਹਦੇ, ਸੁਣਿਆ ਮੰਨਿਆ, ਮਨ ਕੀਤਾ ਭਾਉ, ਅੰਤਰਗਤ ਤੀਰਥ ਮਲ ਨਾ ਹੋ, ਅੰਦਰੋਂ ਤ੍ਰਿਸ਼ਨਾ ਅਗਨ ਬੁਝੀ, ਹਰ ਅੰਮ੍ਰਿਤ ਸਰ ਨਾਤਾ। ਹੁਣ ਲਿਖਿਆ ਨਾਤਾ ਹੈ, ਪਰ ਇਹ ਨੰਨੇ ਨੂੰ ਥੋੜ੍ਹਾ ਭਾਰਾ ਕਰਕੇ ਨਾਤਾ ਬੋਲਣਾ। ਜਦੋਂ ਅੰਮ੍ਰਿਤਸਰ ਪਰਮਾਤਮਾ ਦੇ ਨਾਮ ਰੂਪੀ ਅੰਮ੍ਰਿਤ ਸਰੋਵਰ ਸਾਧ ਸੰਗਤ ਵਿੱਚ ਬੈਠ ਕੇ ਉਸ ਪਰਮਾਤਮਾ ਦੇ ਨਾਮ ਨੂੰ ਜਪਿਆ, ਸਿਮਰਨ ਕੀਤਾ, ਗੁਣ ਗਾਇਨ ਕੀਤਾ, ਅੰਦਰੋਂ ਤ੍ਰਿਸ਼ਨਾ ਅਗਨ ਬੁਝੀ, ਹਰ ਅੰਮ੍ਰਿਤਸਰ ਨਾਤਾ। ਵੱਡੀ ਵਡਿਆਈ ਵਡੇ ਕੀ, ਗੁਰਮੁਖ ਬੋਲਾਤਾ। ਆਖਿਆ ਫਿਰ ਗੁਰੂ ਦੀ ਸੰਗਤ ਵਿੱਚ ਆ ਕੇ ਜਿਹੜਾ ਗੁਰਮੁਖ ਇਹ ਸਮਝ ਲੈਂਦਾ, ਉਹਨੂੰ ਉਸ ਪਰਮਾਤਮਾ ਦੀ ਵੱਡੀ ਵਡਿਆਈ ਪਤਾ ਲੱਗ ਜਾਂਦਾ। ਉਹ ਫਿਰ ਆਪ ਬੋਲਦਾ ਹੈ ਤੇ ਦੂਜਿਆਂ ਕੋਲੋਂ ਬੁਲਾਉਂਦਾ ਹੈ। ਭਾਵ ਸਭ ਨੂੰ ਕਹਿੰਦਾ ਹੈ, ਲੋਗਾ ਭਰਮ ਨਾ ਭੂਲੋ ਭਾਈ, ਖਾਲਕ ਖਲਕ ਖਲਕ ਮੈਂ ਖਾਲਕ, ਪੂਰ ਰਹੋ ਸਰਬ ਠਾਈ। ਤੋ ਇਸ ਤਰ੍ਹਾਂ ਧੰਨ ਗੁਰੂ ਅਮਰਦਾਸ ਜੀ ਨੇ ਸਾਨੂੰ ਸਭ ਨੂੰ ਪ੍ਰੇਰਨਾ ਕੀਤੀ ਹੈ, ਭਾਈ ਗੁਰੂ ਦੀ ਸ਼ਰਨ ਵਿੱਚ ਆਓ ਤੇ ਗੁਰੂ ਦੇ ਦੱਸੇ ਰਾਹ 'ਤੇ ਚੱਲੋ ਤੇ ਉਸ ਅੰਦਰ ਵਸਦੇ ਪਰਮਾਤਮਾ ਨੂੰ ਜਾਣੋ। ਐਵੇਂ ਬਾਹਰ ਭਟਕ ਕੇ ਆਪਣਾ ਜੀਵਨ ਅਜਾਈ ਨਾ ਗਵਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।